ਸਮਾਜਿਕ ਦੀ ਕਲਾਸ ਵਿੱਚ ਅੱਜ ਫਿਰ ਤੋਂ ਬੱਚਾ ਤੁਹਾਡਾ ਸਵਾਗਤ ਹੈ। ਹੁਣ ਅਸੀਂ ਜੁਲਾਈ ਅਗਸਤ ਦੇ ਸਿਲੇਬਸ ਦੇ ਜਿਹੜੇ ਪਾਠ ਨੇਗੇ ਉਹਨਾਂ ਨੂੰ ਸਮਝਾਂਗੇ ਤੇ ਉਹਨਾਂ ਦੇ ਪ੍ਰਸ਼ਨ ਉੱਤਰ ਕਰਾਂਗੇ। ਅੱਜ ਸਾਡੀ ਕਲਾਸ ਹੈ 10ਵੀਂ ਜਮਾਤ ਦਾ ਸੀ ਇਤਿਹਾਸ ਦਾ ਪਾਠ 5ਵਾਂ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖਾਲਸੇ ਦੀ ਸਿਰਜਣਾ ਅਤੇ ਸ਼ਖਸੀਅਤ। ਇਹਨੂੰ ਸਲਾਈਡਾਂ ਰਾਹੀਂ, ਮਾਈਂਡ ਮੈਪਾਂ ਰਾਹੀਂ ਪੜ੍ਹਾਂਗੇ, ਸਮਝਾਂਗੇ ਤੇ ਫਿਰ ਅਖੀਰ ਵਿੱਚ ਇਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਕਰਾਂਗੇ। ਬੱਚੋ, ਤੁਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਸਾਰੇ ਹੀ ਜਾਣਦੇ ਹੋਵੋਗੇ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੀਗੇ ਜਿਹੜੇ ਉਹ ਸਿੱਖਾਂ ਦੇ 10ਵੇਂ ਗੁਰੂ ਸੀਗੇ, 10ਵੇਂ ਅਤੇ ਆਖਰੀ ਗੁਰੂ। ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਸਥਾਪਨਾ ਦਾ ਜਿਹੜਾ ਕਾਰਜ ਸੀ ਉਹ ਸ਼ੁਰੂ ਕੀਤਾ ਸੀ। ਫਿਰ ਉਹਨਾਂ ਦੇ 8 ਉੱਤਰਾਧਿਕਾਰੀਆਂ ਨੇ ਹੌਲੀ ਹੌਲੀ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਤੇ ਇਸ ਸਾਰੇ ਕਾਰਜ ਨੂੰ ਜਿਹੜਾ ਸੰਪੂਰਨ ਰੂਪ ਸੀ ਬੱਚਿਓ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ। ਉਹਨਾਂ ਨੇ ਖਾਲਸੇ ਦੀ ਸਾਜਨਾ ਕਰਕੇ ਜਿਹੜੇ ਸਿੱਖਾਂ ਦੇ ਮਤ ਨੂੰ ਅੰਤਮ ਰੂਪ ਦਿੱਤਾ। ਉਹਨਾਂ ਨੇ ਸਿੱਖਾਂ ਵਿੱਚ ਵਿਸ਼ੇਸ਼ ਦਲੇਰੀ, ਬਹਾਦਰੀ ਅਤੇ ਏਕਤਾ ਦੀ ਭਾਵਨਾ ਨੂੰ ਉਤਪੰਨ ਕਰ ਦਿੱਤਾ ਅਤੇ ਉਹਨਾਂ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਵੀ ਖਤਮ ਕਰਕੇ ਗੁਰੂ ਦੀ ਜਿਹੜੀ ਸ਼ਕਤੀ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਅਤੇ ਖਾਲਸਾ ਪੰਥ ਵਿੱਚ ਵੰਡ ਦਿੱਤੀ। ਅੱਜ ਅਸੀਂ ਉਹਨਾਂ ਦੇ ਜੀਵਨ ਬਾਰੇ ਚਰਚਾ ਕਰਾਂਗੇ। ਪਹਿਲੀ ਸਲਾਈਡ ਦੇ ਵਿੱਚ ਬੱਚੋ ਤੁਸੀਂ ਉਹਨਾਂ ਦੀ ਤਸਵੀਰ ਦੇਖ ਸਕਦੇ ਹੋ। ਅੱਗੇ ਸਾਡੇ ਕੋਲ ਆ ਗਿਆ ਉਹਨਾਂ ਦਾ ਜਨਮ ਤੇ ਮਾਤਾ ਪਿਤਾ। ਇਹ ਤੁਹਾਨੂੰ ਸ਼ਾਇਦ ਸਾਰਿਆਂ ਨੂੰ ਹੀ ਪਤਾ ਹੋਊਗਾ ਬੇਟਾ। ਉਹਨਾਂ ਦਾ ਜਨਮ 22 ਦਸੰਬਰ 1666 ਈਸਵੀ ਨੂੰ ਪਟਨਾ ਵਿਖੇ, ਜੋ ਅੱਜ ਕੱਲ੍ਹ ਬਿਹਾਰ ਵਿੱਚ ਹੈ, ਉੱਥੇ ਹੋਇਆ। ਉਹਨਾਂ ਦੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਦਾ ਨਾਂ ਗੁਜਰੀ ਜੀ ਸੀ। ਗੁਰੂ ਜੀ ਦਾ ਨਾਮ ਸੀ ਜਿਹੜਾ ਉਹ ਗੋਬਿੰਦ ਦਾਸ ਰੱਖਿਆ ਗਿਆ, ਪਰ ਬਾਅਦ ਵਿੱਚ ਉਹਨਾਂ ਨੂੰ ਗੋਬਿੰਦ ਰਾਏ ਵੀ ਕਿਹਾ ਜਾਣ ਲੱਗਾ। ਅੱਗੇ ਉਹਨਾਂ ਦਾ ਜਿਹੜਾ ਬਚਪਨ ਸੀ ਬੱਚਿਓ ਉਹ ਪਟਨਾ ਵਿੱਚ ਬਤੀਤ ਹੋਇਆ। ਉਹ ਬਚਪਨ ਵਿੱਚ ਹੀ ਐਵੇਂ ਦੀਆਂ ਖੇਡਾਂ ਖੇਡਦੇ ਸੀ ਕਿ ਹਰ ਇੱਕ ਨੂੰ ਲੱਗਦਾ ਸੀ ਕਿ ਇੱਕ ਦਿਨ ਉਹ ਧਾਰਮਿਕ ਤੇ ਮਹਾਨ ਨੇਤਾ ਬਣਨਗੇ। ਉਹ ਦੌੜਾਂ, ਕੁਸ਼ਤੀਆਂ ਅਤੇ ਆਪਣੇ ਸਾਥੀ ਬੱਚਿਆਂ ਨਾਲ ਨਕਲੀ ਯੁੱਧ ਕਰਦੇ ਸੀ ਤੇ ਆਪਣੇ ਸਾਥੀਆਂ ਦੇ ਝਗੜਿਆਂ ਦਾ ਨਿਪਟਾਰਾ ਕਰਨ ਲਈ ਕਚਹਿਰੀ ਲਾਉਂਦੇ ਸੀਗੇ। ਇਸ ਤੋਂ ਬਾਅਦ ਬੱਚੇ ਉਹਨਾਂ ਦੀ ਦਸਤਾਰਬੰਦੀ ਦੀ ਰਸਮ 1671 ਈਸਵੀ ਵਿੱਚ ਗੋਬਿੰਦ ਰਾਏ ਜੀ ਦੇ ਲਖਨੌਰ ਵਿਖੇ ਉਹਨਾਂ ਦੇ ਮਾਮਾ ਜੀ ਨੇ ਉਹਨਾਂ ਦੇ ਸਿਰ ਤੇ ਹਰੇ ਰੰਗ ਦੀ ਦਸਤਾਰ ਸਜਾਈ। ਇਸ ਮੌਕੇ ਗੋਬਿੰਦ ਰਾਏ ਜੀ ਦੇ ਸੁੰਦਰ ਕੱਪੜੇ ਅਤੇ ਹਥਿਆਰ ਸਜਾਏ ਗਏ। ਇਸ ਤੋਂ ਬਾਅਦ ਸਿੱਖਿਆ, ਉਹਨਾਂ ਨੇ ਸਿੱਖਿਆ ਸੀ ਜਿਹੜੀ ਉਹ 1672 ਈਸਵੀ ਵਿੱਚ ਬੱਚਿਓ ਆਨੰਦਪੁਰ ਸਾਹਿਬ ਵਿਖੇ ਫਾਰਸੀ ਅਤੇ ਸੰਸਕ੍ਰਿਤ ਦਾ ਗਿਆਨ ਪ੍ਰਾਪਤ ਕੀਤਾ। ਉਹਨਾਂ ਨੇ ਨਾਲ ਨਾਲ ਘੋੜਸਵਾਰੀ ਤੇ ਸ਼ਾਸਤਰ ਚਲਾਉਣ ਦੀ ਸਿੱਖਿਆ ਸੀ ਜਿਹੜੀ ਉਹ ਵੀ ਲੈਣੀ ਆਰੰਭ ਕਰ ਦਿੱਤੀ। ਫਿਰ ਉਹਨਾਂ ਦੇ ਪਿਤਾ ਦੀ ਸ਼ਹੀਦੀ ਅਤੇ ਗੁਰਗੱਦੀ। ਜਦੋਂ ਉਹ 9 ਸਾਲ ਦੇ ਸੀ ਤਾਂ 1675 ਈਸਵੀ ਵਿੱਚ ਕਸ਼ਮੀਰੀ ਪੰਡਤ ਸੀ ਜਿਹੜੇ ਉਹ ਗੁਰੂ ਤੇਗ ਬਹਾਦਰ ਜੀ ਕੋਲ ਆਏ ਅਤੇ ਉਹਨਾਂ ਨੇ ਮੁਗਲਾਂ ਦਾ ਹੋ ਰਿਹਾ ਅਤਿਆਚਾਰ ਉਹਨਾਂ ਦੇ ਉੱਪਰ, ਉਹਦੇ ਬਾਰੇ ਗੁਰੂ ਜੀ ਨੂੰ ਦੱਸਿਆ ਅਤੇ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਨੂੰ ਕਿਸੇ ਮਹਾਨ ਪੁਰਸ਼ ਦੇ ਬਲੀਦਾਨ ਦੀ ਲੋੜ ਹੈ, ਜਿਸ ਤੇ ਗੋਬਿੰਦ ਰਾਏ ਜੀ ਨੇ ਕਿਹਾ ਕਿ ਤੁਹਾਡੇ ਤੋਂ ਮਹਾਨ ਹੋਰ ਕੌਣ ਹੋ ਸਕਦਾ ਹੈ। ਆਪਣੇ ਪੁੱਤਰ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਗੁਰੂ ਜੀ ਨੇ ਬਲੀਦਾਨ ਦੇਣ ਦਾ ਨਿਸ਼ਚਾ ਕਰ ਲਿਆ ਤੇ ਗੁਰੂ ਜੀ ਗੁਰਗੱਦੀ ਗੋਬਿੰਦ ਰਾਏ ਜੀ ਨੂੰ ਸੌਂਪ ਕੇ ਦਿੱਲੀ ਵੱਲ ਚਲੇ ਗਏ, ਜਿੱਥੇ ਉਹਨਾਂ ਨੂੰ ਚਾਂਦਨੀ ਚੌਕ ਵਿੱਚ ਸ਼ਹੀਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਗੁਰੂ ਜੀ ਦਾ ਵਿਆਹ ਕੁਝ ਵਿਦਵਾਨਾਂ ਦੇ ਅਨੁਸਾਰ ਬੱਚੋ ਗੁਰੂ ਜੀ ਦੀਆਂ 3 ਪਤਨੀਆਂ ਦੱਸਦੇ ਨੇ, ਪਰੰਤੂ ਕੁਝ ਦੇ ਅਨੁਸਾਰ ਆ ਜਿਹੜਾ ਮਾਤਾ ਜੀਤੋ ਜੀ ਦਾ ਨਾਮ ਹੀ ਮਾਤਾ ਸੁੰਦਰੀ ਸੀ ਤੇ ਅੰਮ੍ਰਿਤ ਛਕਣ ਤੋਂ ਬਾਅਦ ਉਹਨਾਂ ਦਾ ਨਾਮ ਮਾਤਾ ਸਾਹਿਬ ਕੌਰ ਹੋ ਗਿਆ। ਇਸ ਬਾਰੇ ਅਜੇ ਵੀ ਮਤਭੇਦ ਹੀ ਹਨ। ਗੁਰੂ ਜੀ ਦੇ 4 ਸਪੁੱਤਰ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਸਨ। ਇਸ ਤੋਂ ਬਾਅਦ ਬੱਚਿਓ ਗੁਰੂ ਜੀ ਨੇ ਸੈਨਾ ਦਾ ਸੰਗਠਨ ਕੀਤਾ। ਸਿੱਖ ਧਰਮ ਦੀ ਰੱਖਿਆ ਲਈ ਉਹਨਾਂ ਨੇ ਸੈਨਾ ਦਾ ਸੰਗਠਨ ਕਰਨਾ ਸ਼ੁਰੂ ਕਰ ਦਿੱਤਾ। ਸਿੱਖਾਂ ਨੂੰ ਸ਼ਾਸਤਰ ਤੇ ਘੋੜੇ ਭੇਟਾ ਕਰਨ ਲਈ ਕਿਹਾ ਗਿਆ। ਜਿਨ੍ਹਾਂ ਦੇ 4 ਪੁੱਤਰ ਹੋਣ ਉਹਨਾਂ ਵਿੱਚੋਂ 2 ਗੁਰੂ ਜੀ ਦੀ ਸੈਨਾ ਵਿੱਚ ਭਰਤੀ ਹੋਣ ਲਈ ਕਿਹਾ। ਇਸ ਤੋਂ ਬਾਅਦ ਰਾਜਸੀ ਚਿੰਨ੍ਹ ਤੇ ਦਰਬਾਰ। ਗੁਰੂ ਗੋਬਿੰਦ ਰਾਏ ਜੀ ਨੇ ਆਪਣੇ ਦਾਦਾ ਜੀ ਸ਼੍ਰੀ ਹਰਗੋਬਿੰਦ ਜੀ ਵਾਂਗ ਹੀ ਰਾਜਸੀ ਚਿੰਨ੍ਹਾਂ ਨੂੰ ਅਪਣਾਇਆ।
ਉਹਨਾਂ ਨੇ ਆਪਣੀ ਦਸਤਾਰ ਉੱਤੇ ਕਲਗੀ ਸਜਾਉਣ ਲੱਗੇ ਤੇ ਉਹਨਾਂ ਨੇ ਦਲੇਰ ਸਿੰਘਾਂ ਦੇ ਨਾਲ ਆਪਣੇ ਕੋਲ ਹਾਥੀ ਅਤੇ ਘੋੜੇ ਰੱਖਣੇ ਸ਼ੁਰੂ ਕਰ ਦਿੱਤੇ। ਉਹਨਾਂ ਨੇ ਇੱਕ ਨਗਾਰਾ ਬਣਾਇਆ ਜਿਸ ਦਾ ਨਾਮ ਰਣਜੀਤ ਨਗਾਰਾ ਸੀ। ਖਾਲਸਾ ਸਾਜਣ ਤੋਂ ਪਹਿਲਾਂ ਦੀਆਂ ਲੜਾਈਆਂ 1688 ਈਸਵੀ ਵਿੱਚ ਬੱਚੋ ਭੰਗਾਣੀ ਦੀ ਲੜਾਈ ਲੜੀ ਗਈ ਗੁਰੂ ਜੀ ਵੱਲੋਂ। ਇਸ ਦੇ ਕਾਰਨ ਸੀਗੇ ਬੱਚਿਓ ਕਿ ਪਹਾੜੀ ਰਾਜਿਆਂ ਨਾਲ ਸੀ ਜਿਹੜਾ ਭੰਗਾਣੀ ਦੀ ਲੜਾਈ ਲੜੀ ਗਈ। ਪਹਾੜੀ ਰਾਜੇ ਸੀ ਜਿਹੜੇ ਉਹ ਗੁਰੂ ਜੀ ਦੀਆਂ ਸੈਨਿਕ ਕਾਰਵਾਈਆਂ ਤੇ ਵੱਧਦੀ ਸੈਨਾ ਨੂੰ ਦੇਖ ਕੇ ਆਪਣੇ ਲਈ ਖਤਰਾ ਸਮਝਦੇ ਸੀ। ਤੇ ਪਹਾੜੀ ਰਾਜੇ ਸੀ ਬੱਚੋ ਜਿਹੜੇ ਉਹ ਮੂਰਤੀ ਪੂਜਾ ਦੇ ਵਿਸ਼ਵਾਸ ਰੱਖਦੇ ਸੀ ਤੇ ਗੁਰੂ ਜੀ ਮੂਰਤੀ ਪੂਜਾ ਦੇ ਵਿਰੋਧੀ ਸੀਗੇ। ਤੇ ਗੁਰੂ ਜੀ ਨੇ ਆਪਣੀ ਸੈਨਾ ਵਿੱਚ 500 ਪਠਾਨ ਸੀ ਜਿਹੜੇ ਭਰਤੀ ਕਰ ਲਏ ਸੀ, ਜਿਹੜੇ ਕਿ ਉਹਨਾਂ ਨੇ ਮੁਗਲ ਫੌਜ ਵਿੱਚੋਂ ਕੱਢੇ ਸੀਗੇ। ਇਸ ਤਰ੍ਹਾਂ ਆਲੇ ਦੁਆਲੇ ਦੇ ਮੁਗਲ ਫੌਜਦਾਰਾਂ ਨੇ ਵੀ ਪਹਾੜੀ ਰਾਜਿਆਂ ਨੂੰ ਗੁਰੂ ਜੀ ਦੇ ਖਿਲਾਫ ਸੀ ਜਿਹੜੇ ਉਕਸਾ ਦਿੱਤਾ ਸੀਗਾ। ਇਸ ਤਰ੍ਹਾਂ ਭੰਗਾਣੀ ਨਾਮੀ ਸਥਾਨ ਦੇ ਉੱਤੇ ਸੀ ਜਿਹੜਾ ਇਹ ਯੁੱਧ ਸੀ ਜਿਹੜਾ ਹੋਇਆ ਤੇ ਗੁਰੂ ਜੀ ਨੇ ਆਪ ਤੇ ਗੁਰੂ ਜੀ ਦੀ ਸੈਨਾ ਨੇ ਬਹਾਦਰੀ ਦੇ ਜੌਹਰ ਦਿਖਾਏ ਤੇ ਇਹਦੇ ਨਾਲ ਸੀ ਜਿਹੜਾ ਪਹਾੜੀ ਰਾਜਿਆਂ ਨੂੰ ਬਹੁਤ ਸਾਰਾ ਨੁਕਸਾਨ ਉਠਾਉਣਾ ਪਿਆ ਤੇ ਅੰਤ ਵਿੱਚ ਗੁਰੂ ਜੀ ਦੀ ਸ਼ਾਨਦਾਰ ਜਿੱਤ ਹੋਈ। ਇਸ ਤਰ੍ਹਾਂ 1694 ਈਸਵੀ ਵਿੱਚ ਕਾਂਗੜਾ ਦੇ ਫੌਜਦਾਰ ਦੇ ਪੁੱਤਰ ਨੂੰ ਹਰਾਇਆ। ਉਸਨੇ ਆਪਣੀ ਅਸਫਲਤਾ ਤੋਂ ਪਿੱਛੋਂ ਹੁਸੈਨ ਖਾਨ ਨੂੰ ਭੇਜਿਆ ਜੋ ਪਹਾੜੀ ਰਾਜਿਆਂ ਨਾਲ ਹੀ ਉਲਝ ਕੇ ਰਹਿ ਗਿਆ। ਇਸ ਸਮੇਂ ਗੁਰੂ ਜੀ ਨੇ ਅਨੰਦਪੁਰ ਸਾਹਿਬ ਵਿਖੇ 4 ਕਿਲਿਆਂ ਦੀ ਉਸਾਰੀ ਕਰਾਈ। ਇਹਨਾਂ ਲੜਾਈਆਂ ਨੂੰ ਪੂਰਵ ਖਾਲਸਾ ਕਾਲ ਦੀਆਂ ਲੜਾਈਆਂ ਵੀ ਕਿਹਾ ਜਾਂਦਾ ਹੈਗਾ ਕਿਉਂਕਿ ਇਹ ਖਾਲਸਾ ਸਿਰਜਣ ਤੋਂ ਪਹਿਲਾਂ ਦੀਆਂ ਲੜਾਈਆਂ। ਇਸ ਤੋਂ ਬਾਅਦ ਬੱਚੋ ਵਿਸਾਖੀ ਵਾਲੇ ਦਿਨ 1699 ਈਸਵੀ ਨੂੰ ਗੁਰੂ ਗੋਬਿੰਦ ਰਾਏ ਜੀ ਨੇ ਖਾਲਸੇ ਦੀ ਸਾਜਨਾ ਕੀਤੀ। ਉਹਨਾਂ ਨੇ ਅੰਮ੍ਰਿਤ ਤਿਆਰ ਕਰਕੇ 5 ਪਿਆਰਿਆਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਦੀ ਚੋਣ ਕੀਤੀ। ਫਿਰ ਉਹਨਾਂ ਤੋਂ ਅੰਮ੍ਰਿਤ ਛਕ ਕੇ ਆਪਣੇ ਨਾਮ ਨਾਲ ਸਿੰਘ ਲਗਾਇਆ। ਇਸ ਤੋਂ ਬਾਅਦ ਬੱਚੋ ਖਾਲਸਾ ਸਿਰਜਣ ਤੋਂ ਬਾਅਦ ਦੀਆਂ ਲੜਾਈਆਂ ਬਾਰੇ ਗੱਲ ਕਰਾਂਗੇ ਅਸੀਂ, ਜਿਨ੍ਹਾਂ ਨੂੰ ਅਸੀਂ ਉੱਤਰ ਖਾਲਸਾ ਕਾਲ ਦੀਆਂ ਲੜਾਈਆਂ ਵੀ ਕਹਿ ਦਿੰਦੇ ਹਾਂ। ਇਹਨਾਂ ਵਿੱਚ 1701 ਈਸਵੀ ਵਿੱਚ ਆਨੰਦਪੁਰ ਸਾਹਿਬ ਦਾ ਪਹਿਲਾ ਯੁੱਧ ਹੋਇਆ। ਫਿਰ ਇਸ ਤੋਂ ਬਾਅਦ ਬੱਚੋ 1702 ਈਸਵੀ ਵਿੱਚ ਨਿਰਮੋਹ ਦਾ ਯੁੱਧ ਹੋਇਆ ਤੇ ਫਿਰ ਬਸੌਲੀ ਦਾ ਯੁੱਧ ਤੇ 1704 ਈਸਵੀ ਵਿੱਚ ਆਨੰਦਪੁਰ ਸਾਹਿਬ ਦਾ ਦੂਜਾ ਯੁੱਧ, ਸ਼ਾਹੀ ਟਿੱਬੀ ਦਾ ਯੁੱਧ, ਸਰਸਾ ਦਾ ਯੁੱਧ ਤੇ 1705 ਈਸਵੀ ਵਿੱਚ ਚਮਕੌਰ ਸਾਹਿਬ ਦਾ ਯੁੱਧ ਅਤੇ ਮਾਛੀਵਾੜਾ ਦੀਨਾ ਥਾਵਾਂ ਤੋਂ ਹੁੰਦੇ ਹੋਏ ਖਿਦਰਾਣਾ ਵਿਖੇ ਮੁਗਲਾਂ ਨੂੰ ਹਰਾ। ਅੱਗੇ ਬੱਚੋ ਗੁਰੂ ਜੀ ਦਾ ਜੋਤੀ ਜੋਤ ਸਮਾਉਣਾ। ਸਰਹੰਦ ਦੇ ਫੌਜਦਾਰ ਨੇ ਗੁਰੂ ਜੀ ਦੀ ਹੱਤਿਆ ਕਰਨ ਲਈ 2 ਪਠਾਣਾਂ ਨੂੰ ਨੰਦੇੜ ਭੇਜਿਆ, ਜਿਨ੍ਹਾਂ ਨੇ ਮੌਕਾ ਦੇਖ ਕੇ ਗੁਰੂ ਜੀ ਦੇ ਢਿੱਡ ਵਿੱਚ ਛੁਰਾ ਖੋਭ ਦਿੱਤਾ। ਇਸ ਤਰ੍ਹਾਂ 7 ਅਕਤੂਬਰ 1708 ਈਸਵੀ ਨੂੰ ਗੁਰੂ ਜੀ ਜੋਤੀ ਜੋਤ ਸਮਾ ਗਏ ਤੇ ਉਹਨਾਂ ਨੇ ਮਾਧੋ ਦਾਸ ਨੂੰ ਬੰਦਾ ਬਹਾਦਰ ਦੇ ਰੂਪ ਵਿੱਚ ਪੰਜਾਬ ਭੇਜਿਆ। ਇਸ ਤੋਂ ਬਾਅਦ ਬੱਚਿਓ ਅਸੀਂ ਖਾਲਸੇ ਦੀ ਗੱਲ ਕਰਾਂਗੇ। ਖਾਲਸਾ ਸਿਰਜਣ ਦੇ ਕੀ ਕਾਰਨ ਸੀ ਜਿਨ੍ਹਾਂ ਦੇ ਕਰਕੇ ਗੁਰੂ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ। ਪਹਿਲਾ ਕਾਰਨ ਸੀ ਬੱਚਿਓ ਪਹਿਲੇ 9 ਗੁਰੂਆਂ ਦੇ ਸਿੱਖ ਮਤ ਦੇ ਵਿਕਾਸ ਲਈ ਕਾਰਜ। ਗੁਰੂ ਜੀ ਨੇ ਸਿੱਖਾਂ ਦੇ ਵਿੱਚੋਂ ਸਾਰੀਆਂ ਬੁਰਾਈਆਂ ਨੂੰ ਖਤਮ ਕਰਨ ਲਈ ਤੇ ਉਹਨਾਂ ਵਿੱਚ ਹਿੰਮਤ, ਦਲੇਰੀ ਅਤੇ ਬਹਾਦਰੀ ਭਰਨ ਲਈ ਖਾਲਸੇ ਦੀ ਸਾਜਨਾ ਕੀਤੀ। ਔਰੰਗਜ਼ੇਬ ਦੇ ਹਿੰਦੂਆਂ ਉੱਤੇ ਅਤਿਆਚਾਰ। ਔਰੰਗਜ਼ੇਬ ਸੀ ਜਿਹੜਾ ਉਹ ਭਾਰਤ ਨੂੰ ਇਸਲਾਮ ਦੀ ਭੂਮੀ ਬਣਾਉਣਾ ਚਾਹੁੰਦਾ ਸੀ, ਇਸ ਲਈ ਉਸਨੇ ਹਿੰਦੂਆਂ ਉੱਤੇ ਬਹੁਤ ਹੀ ਜ਼ਿਆਦਾ ਅਤਿਆਚਾਰ ਕੀਤੇ। ਉਹਨਾਂ ਦੇ ਧਾਰਮਿਕ ਰੀਤੀ ਰਿਵਾਜਾਂ ਤੇ ਬੰਦਿਸ਼ਾਂ ਲਾ ਦਿੱਤੀਆਂ। ਇਸ ਤਰ੍ਹਾਂ ਗੁਰੂ ਜੀ ਨੇ ਖਾਲਸੇ ਦੇ ਰੂਪ ਵਿੱਚ ਇੱਕ ਬਲਵਾਨ ਸੈਨਾ ਦੀ ਸਥਾਪਨਾ ਕਰਨੀ ਚਾਹੀ। ਪਹਾੜੀ ਰਾਜਿਆਂ ਤੇ ਨਿਰਭਰ ਨਾ ਰਹਿਣਾ। ਪਹਿਲਾਂ ਗੁਰੂ ਜੀ ਦੇ ਪਹਾੜੀ ਰਾਜਿਆਂ ਨਾਲ ਗੁਰੂ ਜੀ ਨੇ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰਨ ਦੇ ਯਤਨ ਕੀਤੇ, ਪਰ ਉਹਨਾਂ ਨੇ ਮੁਗਲਾਂ ਵਿਰੁੱਧ ਪਹਾੜੀ ਰਾਜਿਆਂ ਦਾ ਸਾਥ ਦਿੱਤਾ, ਪਰੰਤੂ ਪਹਾੜੀ ਰਾਜੇ ਮੁਗਲਾਂ ਨਾਲ ਜਾ ਰਲੇ। ਇਸ ਲਈ ਗੁਰੂ ਜੀ ਨੇ ਆਪਣੀ ਸ਼ਕਤੀ ਵਧਾਉਣ ਲਈ ਖਾਲਸੇ ਦੀ ਸਾਜਨਾ ਕੀਤੀ। ਜਾਤੀ ਪ੍ਰਥਾ ਦਾ ਬੰਧਨ। ਗੁਰੂ ਜੀ ਨੇ ਜਾਤੀ ਪ੍ਰਥਾ ਦਾ ਖੰਡਨ ਕੀਤਾ ਸੀ, ਪਰ ਅਜੇ ਵੀ ਜਾਤੀ ਪ੍ਰਥਾ ਸੀ ਜਿਹੜੀ ਉਹ ਸਮਾਜ ਵਿੱਚੋਂ ਖਤਮ ਨਹੀਂ ਹੋਈ ਸੀ। ਇਸ ਬੰਧਨ ਨੂੰ ਖਤਮ ਕਰਕੇ ਵੱਖ-ਵੱਖ ਜਾਤਾਂ ਤੇ ਧਰਮਾਂ ਦੇ ਵਿਅਕਤੀਆਂ ਲਈ ਖਾਲਸੇ ਦੀ ਸਾਜਨਾ ਕੀਤੀ। ਗੁਰੂ ਸਾਹਿਬ ਦੇ ਜੀਵਨ ਦਾ ਉਦੇਸ਼ ਸੀ ਜਿਹੜਾ ਉਹ ਸੰਸਾਰ ਵਿੱਚ ਧਰਮ ਦਾ ਪ੍ਰਚਾਰ ਕਰਨਾ, ਸੰਤਾਂ ਦੀ ਰੱਖਿਆ ਕਰਨੀ ਤੇ ਅਤਿਆਚਾਰੀ ਲੋਕਾਂ ਦਾ ਨਾਸ਼ ਕਰਨਾ। ਇਸ ਲਈ ਵੀ ਗੁਰੂ ਜੀ ਨੇ ਖਾਲਸੇ ਦੀ ਸਾਜਨਾ ਸੀ ਜਿਹੜੀ ਉਹ ਜ਼ਰੂਰੀ ਸਮਝੀ। ਖਾਲਸੇ ਦੀ ਸਿਰਜਣਾ ਬੱਚੋ ਕਿਵੇਂ ਹੋਈ? ਹੁਣ ਅਸੀਂ ਖਾਲਸੇ ਦੇ ਜਨਮ ਦੀ ਗੱਲ ਕਰਾਂਗੇ।
ਸਭ ਤੋਂ ਪਹਿਲਾਂ ਅਸੀਂ ਬੱਚਿਓ ਜਿਹੜਾ ਗੁਰੂ ਜੀ ਨੇ 5 ਪਿਆਰਿਆਂ ਦੀ ਚੋਣ ਕੀਤੀ। 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਗੋਬਿੰਦ ਰਾਏ ਜੀ ਨੇ ਅਨੰਦਪੁਰ ਸਾਹਿਬ ਵਿਖੇ ਸਭਾ ਬੁਲਾਈ। ਉਸ ਸਮੇਂ ਸਭਾ ਦੀ ਗਿਣਤੀ ਸੀ ਜਿਹੜੀ ਉਹ ਲਗਭਗ 80,000 ਦੇ ਕਰੀਬ ਸੀ ਅਤੇ ਉਹਨਾਂ ਨੇ ਆਪਣੇ ਮਿਆਨ ਵਿੱਚੋਂ ਤਲਵਾਰ ਕੱਢ ਕੇ ਕਿਹਾ ਕਿ ਤੁਹਾਡੇ ਵਿੱਚੋਂ ਕੋਈ ਅਜਿਹਾ ਹੈ ਜੋ ਧਰਮ ਲਈ ਆਪਣਾ ਸੀਸ ਦੇ ਸਕੇ। ਤਾਂ ਲਾਹੌਰ ਨਿਵਾਸੀ ਦਇਆ ਰਾਮ ਨੇ ਆਪਣਾ ਸੀਸ ਗੁਰੂ ਜੀ ਅੱਗੇ ਝੁਕਾ ਦਿੱਤਾ ਤੇ ਗੁਰੂ ਜੀ ਤੰਬੂ ਵਿੱਚ ਲੈ ਗਏ ਤੇ ਫਿਰ ਵਾਪਸ ਆ ਕੇ ਸੀਸ ਦੀ ਮੰਗ ਕੀਤੀ। ਇਸ ਤੋਂ ਬਾਅਦ ਦਿੱਲੀ ਦਾ ਧਰਮਦਾਸ, ਫਿਰ ਮੋਹਕਮ ਚੰਦ, ਸਾਹਿਬ ਚੰਦ ਅਤੇ ਹਿੰਮਤ ਰਾਏ ਆਪਣਾ ਸੀਸ ਦੇਣ ਲਈ ਅੱਗੇ। ਇਸ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਗੁਰੂ ਜੀ ਉਹਨਾਂ 5 ਵਿਅਕਤੀਆਂ ਨੂੰ ਕੇਸਰੀ ਰੰਗ ਦੇ ਸੁੰਦਰ ਬਸਤਰ ਪਹਿਨਾ ਕੇ ਲੋਕਾਂ ਵਿੱਚ ਲੈ ਆਏ ਤੇ ਗੁਰੂ ਜੀ ਨੇ ਆਪ ਵੀ ਉਹੋ ਜਿਹੇ ਬਸਤਰ ਪਹਿਨੇ ਹੋਏ ਸਨ ਤੇ ਉਹਨਾਂ ਨੂੰ ਗੁਰੂ ਜੀ ਨੇ 5 ਪਿਆਰੇ ਦੀ ਉਪਾਧੀ ਦਿੱਤੀ। ਤੇ ਉਸ ਤੋਂ ਬਾਅਦ ਖੰਡੇ ਦਾ ਪਾਹੁਲ ਗੁਰੂ ਜੀ ਨੇ ਲੋਹੇ ਦੇ ਬਾਟੇ ਵਿੱਚ ਸਾਫ਼ ਪਾਣੀ ਅਤੇ ਪਤਾਸੇ ਪਾ ਕੇ ਖੰਡੇ ਨਾਲ ਹਿਲਾਉਂਦੇ ਹੋਏ ਜਪਜੀ ਸਾਹਿਬ, ਆਨੰਦ ਸਾਹਿਬ, ਜਾਪ ਸਾਹਿਬ, ਸਵਈਏ ਅਤੇ ਚੌਪਈ ਦਾ ਪਾਠ ਕਰਦੇ ਗਏ ਤੇ ਇਹ ਅੰਮ੍ਰਿਤ ਬਾਰੋ ਬਾਰੀ 5 ਪਿਆਰਿਆਂ ਨੂੰ ਛਕਾ ਕੇ ਖਾਲਸੇ ਦਾ ਨਾਂ ਦਿੱਤਾ ਤੇ ਨਾਮ ਨਾਲ ਸਿੰਘ ਲਗਾਉਣ ਨੂੰ ਕਿਹਾ। ਉਸ ਬਾਟੇ ਵਿੱਚੋਂ ਗੁਰੂ ਜੀ ਨੇ ਆਪ ਵੀ 5 ਪਿਆਰਿਆਂ ਦੇ ਹੱਥੋਂ ਅੰਮ੍ਰਿਤ ਛਕਿਆ ਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ। ਖਾਲਸੇ ਦੇ ਬੱਚਿਓ ਸਿਧਾਂਤ ਨੇ ਜਿਹੜੇ ਉਹ ਹੈ ਖਾਲਸੇ ਵਿੱਚ ਪ੍ਰਵੇਸ਼ ਕਰਨ ਲਈ ਖੰਡੇ ਦਾ ਪਾਹੁਲ ਦੀ ਸੇਵਨ ਕਰਨਾ ਪਵੇਗਾ। ਉਸ ਪਿੱਛੋਂ ਉਹ ਆਪਣੇ ਆਪ ਖਾਲਸਾ ਅਖਵਾਏਗਾ। ਇਸ ਤੋਂ ਬਾਅਦ ਹਰ ਇੱਕ ਖਾਲਸਾ ਆਪਣੇ ਨਾਂ ਨਾਲ ਸਿੰਘ ਤੇ ਜਿਹੜੀ ਇਸਤਰੀ ਹੈ ਉਹ ਆਪਣੇ ਆਪ ਨਾਂ ਨਾਲ ਕੌਰ ਲਗਾਏਗੀ। ਖਾਲਸਾ 5 ਕਕਾਰ ਕੇਸ, ਕੰਗਾ, ਕਛਹਿਰਾ, ਕੜਾ ਤੇ ਕਿਰਪਾਨ ਆ ਜਿਹੜੀ ਉਹ ਧਾਰਨ ਕਰੇਗਾ ਬੱਚਿਓ। ਤੇ ਖਾਲਸੇ ਦੇ ਜਿਹੜੇ ਸਿਧਾਂਤਾਂ ਦੇ ਵਿੱਚ ਹੈ ਉਹ ਅੰਮ੍ਰਿਤ ਵੇਲੇ ਉੱਠ ਕੇ 5 ਬਾਣੀਆਂ ਦਾ ਪਾਠ ਕਰੇਗਾ। ਉਹ 10 ਨੋਹਾਂ ਦੀ ਕਿਰਤ ਕਰੇਗਾ ਤੇ ਆਪਣੀ ਕਮਾਈ ਵਿੱਚੋਂ ਦਸਵੰਧ ਵੀ ਕੱਢੇਗਾ। ਉਹ ਜਾਤ ਪਾਤ ਅਤੇ ਊਚ ਨੀਚ ਦੇ ਭੇਦਭਾਵ ਵਿੱਚ ਵਿਸ਼ਵਾਸ ਨਹੀਂ ਕਰੇਗਾ। ਉਹ ਤੰਬਾਕੂ ਅਤੇ ਹੋਰ ਨਸ਼ੀਲੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰੇਗਾ ਤੇ ਹਲਾਲ ਮਾਸ ਵੀ ਨਹੀਂ ਖਾਏਗਾ। ਉਹ ਆਪਣੇ ਚਰਿੱਤਰ ਨੂੰ ਸ਼ੁੱਧ ਰੱਖੇਗਾ ਤੇ ਨੈਤਿਕਤਾ ਦੀ ਪਾਲਣਾ ਕਰੇਗਾ। ਖਾਲਸਾ ਕੇਵਲ ਇੱਕ ਈਸ਼ਵਰ ਵਿੱਚ ਵਿਸ਼ਵਾਸ ਕਰੇਗਾ। ਖਾਲਸਾ ਲੋਕ ਆਪਸ ਵਿੱਚ ਮਿਲਣ ਸਮੇਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹੈ ਜਿਹੜੀ ਉਹ ਬੁਲਾਉਣਗੇ ਬੱਚਿਓ। ਹੁਣ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਸਾਨੂੰ ਖਾਲਸਾ ਸਿਰਜਣ ਦੇ ਕੀ ਫਾਇਦਾ ਹੋਇਆ, ਕੀ ਉਹਦਾ ਮਹੱਤਵ ਸੀ ਤੇ ਕੀ ਉਹਦੇ ਸਿੱਟੇ ਸੀ ਬੱਚਿਓ ਜਿਹੜੇ ਉਹ ਨਿਕਲੇ। ਗੁਰੂ ਨਾਨਕ ਦੇਵ ਜੀ ਦੁਆਰਾ ਆਰੰਭੇ ਕਾਰਜਾਂ ਦਾ ਸੰਪੂਰਨ ਹੋ ਗਏ ਬੱਚਿਓ। ਮਸੰਦ ਪ੍ਰਥਾ ਦਾ ਅੰਤ ਹੋ ਗਿਆ। ਖਾਲਸਾ ਸੰਗਤਾਂ ਦਾ ਅਤੀ ਅਧਿਕ ਮਹੱਤਵ ਹੋ ਗਿਆ। ਸਿੱਖਾਂ ਵਿੱਚ ਨਵੀਂ ਭਾਵਨਾ ਦਾ ਸੰਚਾਰ ਹੋ ਗਿਆ ਤੇ ਸਿੱਖਿਆ ਦੀ ਸੰਖਿਆ ਵਿੱਚ ਵਾਧਾ ਹੋਣ ਲੱਗਿਆ ਬੱਚਿਓ। ਜਦੋਂ ਜਾਤ ਪਾਤ ਖਤਮ ਹੋ ਗਈ, ਮੁਗਲਾਂ ਦਾ ਸਫਲਤਾ ਪੂਰਵਕ ਵਿਰੋਧ ਹੋ ਗਿਆ। ਸਿੱਖ ਸੰਪਰਦਾ ਦਾ ਵੱਖਰਾ ਸੀ ਜਿਹੜਾ ਇੱਕ ਸਰੂਪ ਬਣ ਗਿਆ ਤੇ ਗੁਰੂ ਜੀ ਦੇ ਪਹਾੜੀ ਰਾਜਿਆਂ ਨਾਲ ਯੁੱਧ ਹੋਏ। ਖਾਲਸਾ ਨੇ ਹਿੰਦੂ ਧਰਮ ਮਿਟਣ ਤੋਂ ਬਚਾ ਲਿਆ। ਸਿੱਖਾਂ ਦੀ ਰਾਜਨੀਤਿਕ ਸ਼ਕਤੀ ਦਾ ਉਥਾਨ ਹੋਇਆ ਤੇ ਖਾਲਸੇ ਦੇ ਨਾਲ ਹੀ ਵਹਿਮਾਂ ਭਰਮਾਂ ਦਾ ਜਿਹੜਾ ਅੰਤ ਹੋ ਗਿਆ ਬੱਚਿਓ। ਹੁਣ ਅਸੀਂ ਗੁਰੂ ਜੀ ਦੀ ਸ਼ਖਸੀਅਤ ਦੀ ਗੱਲ ਕਰਾਂਗੇ ਬੱਚਿਓ। ਗੁਰੂ ਜੀ ਦੀ ਸ਼ਖਸੀਅਤ ਦੀ ਜੇ ਅਸੀਂ ਗੱਲ ਕਰੀਏ ਤਾਂ ਮਨੁੱਖ ਦੇ ਰੂਪ ਵਿੱਚ ਉਹ ਪ੍ਰਭਾਵਸ਼ਾਲੀ ਤੇ ਸੁੰਦਰ ਉਹਨਾਂ ਦਾ ਰੰਗ ਰੂਪ ਸੀ। ਕੱਦ ਦਰਮਿਆਨਾ, ਸਰੀਰ ਗਠਿਆ ਹੋਇਆ ਤੇ ਰੰਗ ਸੀ ਜਿਹੜਾ ਉਹਨਾਂ ਦਾ ਗੋਰਾ ਸੀ। ਉਹ ਸ਼ਾਸਤਰ ਪਹਿਨ ਕੇ ਰੱਖਦੇ ਸੀ। ਉਹਨਾਂ ਦੇ ਹੱਥ ਉੱਤੇ ਬਾਜ ਹੁੰਦਾ ਸੀ। ਉਹਨਾਂ ਨੂੰ ਕਲਗੀਧਰ ਦਸ਼ਮੇਸ਼ ਜਾਂ ਚਿੱਟਿਆਂ ਬਾਜਾਂ ਵਾਲਾ ਕਹਿ ਕੇ ਯਾਦ ਕੀਤਾ ਜਾਂਦਾ। ਉਹ ਦਲੇਰ ਤੇ ਨਿਡਰ ਸੀਗੇ। ਉਹਨਾਂ ਨੇ ਪਹਾੜੀ ਰਾਜਿਆਂ ਤੇ ਮੁਗਲਾਂ ਨਾਲ ਲੜਦਿਆਂ ਵੀ ਅਦਭੁਤ ਦਲੇਰੀ, ਬਹਾਦਰੀ ਤੇ ਨਿਡਰਤਾ ਦਾ ਸਬੂਤ ਦਿੱਤਾ। ਉਹਨਾਂ ਨੇ ਬਿਨਾਂ ਕਿਸੇ ਡਰ ਤੋਂ ਔਰੰਗਜ਼ੇਬ ਨੂੰ ਜ਼ਫਰਨਾਮੇ ਵਰਗਾ ਖਤ ਲਿਖਿਆ। ਪੱਕੇ ਇਰਾਦੇ ਵਾਲੇ ਸੀ। ਉਹਨਾਂ ਨੇ 9 ਸਾਲ ਦੀ ਉਮਰ ਵਿੱਚ ਹੀ ਫੈਸਲਾ ਕਰ ਲਿਆ ਸੀ ਕਿ ਉਹ ਧਰਮ ਦੀ ਰੱਖਿਆ ਲਈ ਮੁਗਲ ਸਰਕਾਰ ਦੇ ਵਿਰੁੱਧ ਯੁੱਧ ਕਰਨਗੇ ਬੱਚਿਓ। ਉਹ ਬਲੀਦਾਨ ਦੀ ਮੂਰਤ ਸੀ। ਉਹਨਾਂ ਨੇ ਦੇਖੋ ਬੱਚਿਓ ਧਰਮ ਦੀ ਰੱਖਿਆ ਲਈ ਆਪਣੇ ਜੀਵਨ ਦੇ ਸਾਰੇ ਸੁੱਖਾਂ ਦਾ ਤਿਆਗ ਕਰ ਦਿੱਤਾ ਤੇ ਆਪਣੇ ਸਾਰਾ ਪਰਿਵਾਰ ਸੀ ਜਿਹੜਾ ਉਹ ਸਿੱਖਾਂ ਲਈ ਕੁਰਬਾਨ ਕਰ ਦਿੱਤਾ।
ਉੱਚਾ ਨੈਤਿਕ ਆਚਰਣ ਸੀ ਉਹਨਾਂ ਦਾ। ਝੂਠ, ਧੋਖੇਬਾਜ਼ੀ ਅਤੇ ਨਫ਼ਰਤ ਤੋਂ ਨਫ਼ਰਤ ਕਰਦੇ ਸੀ। ਉਹਨਾਂ ਨੂੰ ਧਨ ਦੌਲਤ ਜਾਂ ਰਾਜ ਭਾਗ ਦਾ ਕੋਈ ਲੋਭ ਨਹੀਂ ਸੀਗਾ। ਹਰੇਕ ਨਾਲ ਨਿਮਰਤਾ ਅਤੇ ਪ੍ਰੇਮ ਦਾ ਵਰਤਾਓ ਕਰਦੇ ਸੀ। ਉਹ ਧਾਰਮਿਕ ਵਿਚਾਰਾਂ ਵਿੱਚ ਉਦਾਰ ਅਤੇ ਸਹਿਨਸ਼ੀਲ ਸੀਗੇ। ਅੱਗੇ ਬੱਚਿਓ ਅਸੀਂ ਉਹਨਾਂ ਦੀ ਕਵੀ ਅਤੇ ਵਿਦਵਾਨ ਦੇ ਰੂਪ ਵਿੱਚ ਗੱਲ ਕਰਾਂਗੇ। ਗੁਰੂ ਜੀ ਨੂੰ ਪੰਜਾਬੀ, ਹਿੰਦੀ, ਸੰਸਕ੍ਰਿਤ ਅਤੇ ਫਾਰਸੀ ਭਾਸ਼ਾ ਦਾ ਪੂਰਾ ਗਿਆਨ ਸੀ। ਉਹ ਉੱਚ ਕੋਟੀ ਦੇ ਕਵੀ ਵੀ ਸਨ ਬੱਚਿਓ। ਉਹਨਾਂ ਨੇ ਆਪਣੇ ਪਾਉਂਟਾ ਸਾਹਿਬ ਵਿਖੇ 52 ਕਵੀ ਵੀ ਰੱਖੇ ਹੋਏ ਸਨ। ਉਹਨਾਂ ਦੀਆਂ ਬਚਿੱਤਰ ਨਾਟਕ, ਜਫਰਨਾਮਾ, ਜਾਪ ਸਾਹਿਬ, ਅਕਾਲ ਉਸਤਤ, ਸ਼ਸਤਰ ਨਾਮਮਾਲਾ, ਚੰਡੀ ਦੀ ਵਾਰ ਉਹਨਾਂ ਦੀਆਂ ਪ੍ਰਸਿੱਧ ਰਚਨਾਵਾਂ ਨੇ। ਸੰਗਠਨਕਰਤਾ ਦੇ ਰੂਪ ਵਿੱਚ ਉਹ ਉੱਤਮ ਸੰਗਠਨਕਰਤਾ ਸਨ। ਇਸ ਗੱਲ ਦਾ ਸਭ ਤੋਂ ਵੱਡਾ ਪ੍ਰਮਾਣ ਹੈ ਜਿਹੜਾ ਬੱਚਿਓ, ਉਹ ਹੈ ਗੁਰੂ ਸਾਹਿਬ ਦੀ ਖਾਲਸੇ ਦੀ ਸਿਰਜਣਾ ਕਰਨੀ, ਜਿਸ ਨਾਲ ਨੀਵੀਆਂ ਜਾਤੀਆਂ ਨੂੰ ਵੀ ਨਵਾਂ ਜੀਵਨ ਮਿਲਿਆ। ਸੈਨਾ ਨਾਇਕ ਦੇ ਰੂਪ ਵਿੱਚ ਉਹ ਇੱਕ ਬਹਾਦਰ ਯੋਧੇ ਤੇ ਜਮਾਂਦਰੂ ਸੈਨਾ ਨਾਇਕ ਸਨ। ਬਚਪਨ ਵਿੱਚ ਹੀ ਉਹਨਾਂ ਨੇ ਘੋੜਸਵਾਰੀ, ਤਲਵਾਰਬਾਜ਼ੀ ਤੇ ਤੀਰ ਅੰਦਾਜ਼ੀ ਸੀ ਜਿਹੜੀ ਉਹਦੇ ਵਿੱਚ ਨਿਪੁੰਨਤਾ ਪ੍ਰਾਪਤ ਕਰ ਲਈ। ਤੇ ਧਾਰਮਿਕ ਨੇਤਾ, ਉਹ ਇੱਕ ਮਹਾਨ ਧਾਰਮਿਕ ਨੇਤਾ ਤੇ ਗੁਰੂ ਵੀ ਸਨ। ਭਾਵੇਂ ਉਹ ਆਪਣੇ ਸਾਰੇ ਜੀਵਨ ਵਿੱਚ ਸੈਨਿਕ ਕੰਮਾਂ ਵਿੱਚ ਲੱਗੇ ਰਹੇ, ਪਰ ਉਹ ਯੁੱਧ ਵੀ ਧਰਮ ਦੇ ਯੁੱਧ ਵਜੋਂ ਲੜਦੇ ਸਨ। ਉਹ ਸਿੱਖਾਂ ਨੂੰ ਸਦਾ ਕਹਿੰਦੇ ਸਨ, ਈਸ਼ਵਰ ਦਾ ਜਾਪ ਕਰੋ, ਸ਼ੁੱਧ ਚਰਿੱਤਰ ਰੱਖੋ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚੋ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ ਬੱਚਿਓ। ਇਸ ਤੋਂ ਬਾਅਦ ਹੀ ਬੇਟਾ ਸਾਡੇ ਪ੍ਰਸ਼ਨ ਉੱਤਰ ਆ ਗਏ। ਸਾਡੇ ਪਹਿਲਾਂ ਛੋਟੇ ਪ੍ਰਸ਼ਨ ਆ ਗਏ ਬੱਚਿਓ। ਗੋਬਿੰਦ ਰਾਏ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? ਉਹਨਾਂ ਦੇ ਮਾਤਾ ਪਿਤਾ ਦਾ ਨਾਮ ਦੱਸੋ। ਅਗਲਾ ਪ੍ਰਸ਼ਨ ਹੈ ਬੱਚਿਓ, ਬਚਪਨ ਵਿੱਚ ਪਟਨਾ ਵਿਖੇ ਗੋਬਿੰਦ ਰਾਏ ਜੀ ਕੀ ਖੇਡਾਂ ਖੇਡਦੇ ਹੁੰਦੇ ਸਨ? ਅਗਲਾ ਪ੍ਰਸ਼ਨ ਹੈ ਬੇਟਾ, ਗੋਬਿੰਦ ਰਾਏ ਜੀ ਨੇ ਕਿਸ ਅਧਿਆਪਕ ਤੋਂ ਸਿੱਖਿਆ ਪ੍ਰਾਪਤ ਕੀਤੀ? ਅਗਲਾ ਪ੍ਰਸ਼ਨ ਹੈ ਬੇਟਾ, ਕਸ਼ਮੀਰੀ ਪੰਡਤਾਂ ਦੀ ਕੀ ਸਮੱਸਿਆ ਸੀ? ਗੁਰੂ ਤੇਗ ਬਹਾਦਰ ਜੀ ਨੇ ਉਸ ਨੂੰ ਕਿਵੇਂ ਹੱਲ ਕੀਤਾ? ਅਗਲਾ ਪ੍ਰਸ਼ਨ ਹੈ, ਭੰਗਾਣੀ ਦੀ ਜਿੱਤ ਤੋਂ ਬਾਅਦ ਗੋਬਿੰਦ ਰਾਏ ਜੀ ਨੇ ਕਿਹੜੇ ਕਿਲੇ ਉਸਾਰੇ? 5 ਪਿਆਰਿਆਂ ਦੇ ਨਾਂ ਲਿਖੋ। ਵੈਸੇ ਵੀ ਇਹਨਾਂ ਬੱਚਿਓ ਸਾਰੇ ਪ੍ਰਸ਼ਨਾਂ ਦੇ ਉੱਤਰ ਅਸੀਂ ਅੱਗੇ ਕਰ ਲਏ ਨੇ, ਸਮਝ ਲਏ ਨੇ। ਹੁਣ ਇਸ ਤੋਂ ਅਗਲੇ ਪ੍ਰਸ਼ਨ ਨੇ ਬੱਚਿਓ, ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਕਿਵੇਂ ਸਮਾਏ? ਖੰਡੇ ਦਾ ਪਾਹੁਲ ਤਿਆਰ ਕਰਨ ਸਮੇਂ ਕਿੰਨਾ ਬਾਣੀਆਂ ਦਾ ਪਾਠ ਕੀਤਾ ਜਾਂਦਾ ਹੈ? ਖਾਲਸੇ ਦੀ ਸਾਜਨਾ ਕਦੋਂ ਅਤੇ ਕਿੱਥੇ ਕੀਤੀ ਗਈ? ਬਿਲਾਸਪੁਰ ਦੇ ਰਾਜਾ ਭੀਮ ਚੰਦ ਉੱਤੇ ਖਾਲਸਾ ਸਿਰਜਣ ਦਾ ਕੀ ਅਸਰ ਹੋਇਆ? ਭੰਗਾਣੀ ਦੀ ਲੜਾਈ ਦਾ ਤਤਕਾਲੀ ਕਾਰਨ ਦੱਸੋ। ਨਦੌਣ ਦੀ ਲੜਾਈ ਦਾ ਕੀ ਕਾਰਨ ਸੀ? ਜੇਕਰ ਬੇਟਾ ਤੋਂ ਜਲਦੀ 'ਚ ਨੋਟ ਨਹੀਂ ਹੁੰਦਾ ਤਾਂ ਵੀਡੀਓ ਤੇ ਕਲਿੱਕ ਕਰਕੇ ਉਹਨੂੰ ਪੌਜ਼ ਕਰਕੇ ਤੁਸੀਂ ਰੋਕ ਕੇ ਆਪਣੇ ਪ੍ਰਸ਼ਨਾਂ ਦੇ ਉੱਤਰ ਆਰਾਮ ਨਾਲ ਕਰ ਸਕਦੇ ਹੋ। ਅਗਲਾ ਪ੍ਰਸ਼ਨ ਹੈ ਬੱਚਿਓ ਸਾਡੇ ਕੋਲ, ਪੂਰਵ ਖਾਲਸਾ ਕਾਲ ਅਤੇ ਉੱਤਰ ਖਾਲਸਾ ਕਾਲ ਤੋਂ ਤੁਸੀਂ ਕੀ ਭਾਵ ਲੈਂਦੇ ਹੋ? ਮੁਕਤਸਰ ਦਾ ਪੁਰਾਣਾ ਨਾਂ ਕੀ ਸੀ? ਇਸ ਦਾ ਇਹ ਨਾਂ ਕਿਉਂ ਪਿਆ? ਜਫਰਨਾਮਾ ਨਾਮਕ ਖੱਤ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਨੂੰ ਲਿਖਿਆ ਸੀ? ਗੁਰੂ ਗੋਬਿੰਦ ਸਿੰਘ ਜੀ ਦੀਆਂ ਪ੍ਰਸਿੱਧ 4 ਰਚਨਾਵਾਂ ਦੇ ਨਾਂ ਲਿਖੋ। ਗੁਰੂ ਗੋਬਿੰਦ ਸਿੰਘ ਜੀ ਨੂੰ ਲੋਕਤੰਤਰ ਪ੍ਰਣਾਲੀ ਦੇ ਮੋਢੀ ਕਿਉਂ ਕਿਹਾ ਜਾ ਸਕਦਾ ਹੈ? ਇਸ ਤੋਂ ਬਾਅਦ ਬੱਚਿਓ ਸਾਡੇ 50 ਤੋਂ 60 ਸ਼ਬਦਾਂ ਵਿੱਚ ਜਿਨ੍ਹਾਂ ਦਾ ਅਸੀਂ ਉੱਤਰ ਦੇਣਾ ਪ੍ਰਸ਼ਨ ਆ ਗਏ। ਪਹਿਲਾ ਪ੍ਰਸ਼ਨ ਹੈ ਬੇਟਾ, ਗੁਰੂ ਗੋਬਿੰਦ ਸਿੰਘ ਜੀ ਨੇ ਪਟਨਾ ਵਿਖੇ ਆਪਣਾ ਬਚਪਨ ਕਿਵੇਂ ਬਿਤਾਇਆ? ਇਸ ਤੋਂ ਅਗਲਾ ਪ੍ਰਸ਼ਨ ਹੈ ਬੇਟਾ, ਗੁਰੂ ਗੋਬਿੰਦ ਸਿੰਘ ਜੀ ਨੇ ਰਾਜਸੀ ਚਿੰਨ੍ਹਾਂ ਦਾ ਵਰਣਨ ਕਰੋ। ਅਗਲਾ ਪ੍ਰਸ਼ਨ ਹੈ ਬੇਟਾ ਸਾਡਾ, ਖਾਲਸੇ ਦੇ ਨਿਯਮਾਂ ਦਾ ਵਰਣਨ ਕਰੋ। ਅਗਲਾ ਪ੍ਰਸ਼ਨ ਹੈ, ਭੰਗਾਣੀ ਦੀ ਲੜਾਈ ਦੇ ਕੀ ਕਾਰਨ ਸਨ? ਇਹ ਕਾਰਨ ਅਸੀਂ ਲਿਖ ਲੈਣੇ ਆ। ਅਗਲਾ ਪ੍ਰਸ਼ਨ ਹੈ ਬੇਟਾ, ਗੁਰੂ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ ਵਿਰੁੱਧ ਮੁਗਲਾਂ ਦੀਆਂ ਮੁਹਿੰਮਾਂ ਦਾ ਹਾਲ ਲਿਖੋ। ਅਗਲਾ ਪ੍ਰਸ਼ਨ, ਅਨੰਦਪੁਰ ਸਾਹਿਬ ਦੀ ਦੂਜੀ ਲੜਾਈ
ਕਦੋਂ ਹੋਈ ਇਸ ਦਾ ਸੰਖੇਪ ਵਰਣਨ ਕਰੋ। ਅਗਲਾ ਪ੍ਰਸ਼ਨ ਹੈ ਬੇਟਾ ਚਮਕੌਰ ਸਾਹਿਬ ਦੀ ਲੜਾਈ ਤੇ ਨੋਟ ਲਿਖੋ। ਤੇ ਅਗਲਾ ਪ੍ਰਸ਼ਨ ਹੈ ਸਾਡਾ ਖਿਦਰਾਣਾ ਦੀ ਲੜਾਈ ਦਾ ਹਾਲ ਲਿਖੋ। ਤੇ ਇਸ ਤੋਂ ਅਗਲਾ ਪ੍ਰਸ਼ਨ ਹੈ ਸਾਡਾ ਬੱਚਿਓ ਗੁਰੂ ਗੋਬਿੰਦ ਸਿੰਘ ਜੀ ਦੀ ਸੈਨਾ ਨਾਇਕ ਦੇ ਰੂਪ ਵਿੱਚ ਸ਼ਖਸੀਅਤ ਬਾਰੇ ਲਿਖੋ। ਇਸ ਤੋਂ ਬਾਅਦ ਬੇਟਾ ਸਾਡੇ ਕੋਲੇ ਵੱਡੇ ਪ੍ਰਸ਼ਨ ਆ ਗਏ ਜਿਨ੍ਹਾਂ ਦਾ ਅਸੀਂ 125 ਤੋਂ 130 ਸ਼ਬਦਾਂ ਵਿੱਚ ਉੱਤਰ ਆ ਜਿਹੜਾ ਉਹ ਦੇਣਾ ਗਾ। ਬੇਟਾ ਤੁਸੀਂ ਵੀਡੀਓ ਨੂੰ ਦੇਖਦੇ ਇਸ ਦੇ ਨੀਚੇ ਆ ਜਿਹੜਾ ਲਾਲ ਅੱਖਰਾਂ ਦੇ ਵਿੱਚ ਰੈੱਡ ਅੱਖਰਾਂ ਦੇ ਵਿੱਚ ਸਬਸਕ੍ਰਾਈਬ ਆ ਜਿਹੜਾ ਉਹ ਲਿਖਿਆ ਆ ਰਿਹਾ ਹੋਣਾ, ਉਹਦੇ ਤੁਸੀਂ ਉੱਪਰ ਕਲਿੱਕ ਕਰ ਦੇਣਾ ਅਤੇ ਨਾਲ ਹੀ ਫਿਰ ਬੈਲ ਦਾ ਘੰਟੀ ਦਾ ਜਿਹੜਾ ਨਿਸ਼ਾਨ ਹੈ ਉਹ ਆ ਜਾਏਗਾ, ਉਹ 'ਤੇ ਕਲਿੱਕ ਕਰ ਦੇਣਾ। ਇਸ ਦੇ ਨਾਲ ਕੀ ਹੋਊਗਾ ਬੇਟਾ ਜਦੋਂ ਵੀ ਅਸੀਂ ਕੋਈ ਲੈਸਨ ਆ ਜਿਹੜਾ ਉਹ ਅਪਲੋਡ ਕਰਾਂਗੇ ਵੀਡੀਓ ਤਾਂ ਆਪਣੇ ਆਪ ਉਸ ਦਾ ਮੈਸੇਜ ਆ ਜਿਹੜਾ ਉਹ ਤੁਹਾਨੂੰ ਪਹੁੰਚ ਜੂਗਾ ਔਰ ਤੁਹਾਨੂੰ ਇੱਧਰੋਂ ਉੱਧਰੋਂ ਵੀਡੀਓ ਲੱਭਣ ਦੀ ਜ਼ਰੂਰਤ ਹੈ ਜਿਹੜੀ ਉਹ ਨਹੀਂ ਪੈਣੀ। ਤੇ ਅਗਲਾ ਸਾਡਾ ਪ੍ਰਸ਼ਨ ਹੈ ਬੱਚਿਓ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ। ਇਹਦੇ ਵਿੱਚ ਅਸੀਂ ਉਹੀ ਲਿਖ ਸਕਦੇ ਹਾਂ ਜਨਮ ਅਤੇ ਮਾਤਾ ਪਿਤਾ, ਪਟਨਾ ਵਿੱਚ ਬਚਪਨ, ਲਖਨੌਰ ਵਿੱਚ ਦਸਤਾਰਬੰਦੀ ਦੀ ਰਸਮ, ਸਿੱਖਿਆ, ਪਿਤਾ ਦੀ ਸ਼ਹੀਦੀ ਤੇ ਗੁਰਗੱਦੀ ਦੀ ਪ੍ਰਾਪਤੀ, ਵਿਆਹ, ਸੈਨਾ ਦਾ ਸੰਗਠਨ, ਗੁਰੂ ਜੀ ਦੇ ਰਾਜਸੀ ਚਿੰਨ੍ਹ ਅਤੇ ਸ਼ਾਨਦਾਰ ਦਰਬਾਰ, ਗੁਰੂ ਜੀ ਪੌਂਟਾ ਸਾਹਿਬ ਵਿੱਚ। ਇਸ ਤੋਂ ਬਾਅਦ ਅਸੀਂ ਖਾਲਸਾ ਦੀ ਸਥਾਪਨਾ ਤੋਂ ਪਹਿਲਾਂ ਦੀਆਂ ਲੜਾਈਆਂ, ਖਾਲਸਾ ਦੀ ਸਿਰਜਣਾ, ਉੱਤਰ ਖਾਲਸਾ ਕਾਲ ਦੀਆਂ ਲੜਾਈਆਂ ਤੇ ਗੁਰੂ ਸਾਹਿਬ ਦਾ ਜੋਤੀ ਜੋਤ ਸਮਾਉਣਾ। ਅਗਲਾ ਸਾਡਾ ਪ੍ਰਸ਼ਨ ਹੈ ਬੱਚਿਓ ਇਹ ਤੁਹਾਨੂੰ 3 ਨੰਬਰ ਦੇ ਵਿੱਚ ਵੀ ਆ ਜਾਂਦਾ ਹੁੰਦਾ ਜ਼ਿਆਦਾਤਰ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਿਰਜਣਾ ਕਰਨ ਦੀ ਲੋੜ ਕਿਉਂ ਪਈ। ਪਹਿਲੇ 9 ਗੁਰੂ ਸਾਹਿਬ ਦੇ ਕੰਮ, ਔਰੰਗਜ਼ੇਬ ਦੇ ਜ਼ੁਲਮ, ਜਾਤ ਪਾਤ ਦੀ ਹੋਂਦ, ਪਹਾੜੀ ਰਾਜਿਆਂ ਦੁਆਰਾ ਗੁਰੂ ਜੀ ਦਾ ਵਿਰੋਧ, ਗੁਰੂ ਜੀ ਦੇ ਜੀਵਨ ਦਾ ਉਦੇਸ਼। ਇਸ ਤੋਂ ਅਗਲਾ ਪ੍ਰਸ਼ਨ ਹੈ ਬੱਚਿਓ ਤੁਹਾਡਾ ਖਾਲਸਾ ਦੀ ਸਿਰਜਣਾ ਦਾ ਕੀ ਮਹੱਤਵ ਸੀ। ਗੁਰੂ ਨਾਨਕ ਦੇਵ ਜੀ ਦੁਆਰਾ ਆਰੰਭੇ ਕਾਰਜਾਂ ਦੀ ਪੂਰਤੀ, ਮਸੰਦ ਪ੍ਰਥਾ ਦਾ ਅੰਤ, ਖਾਲਸਾ ਸੰਗਤਾਂ ਦੇ ਮਹੱਤਵ ਵਿੱਚ ਵਾਧਾ, ਸਿੱਖਾਂ ਦੀ ਸੰਖਿਆ ਵਿੱਚ ਵਾਧਾ, ਸਿੱਖਾਂ ਵਿੱਚ ਨਵੀਂ ਤਾਕਤ ਦਾ ਸੰਚਾਰ, ਮੁਗਲਾਂ ਦਾ ਸਫਲਤਾਪੂਰਵਕ ਵਿਰੋਧ, ਗੁਰੂ ਸਾਹਿਬ ਦੇ ਪਹਾੜੀ ਰਾਜਿਆਂ ਨਾਲ ਯੁੱਧ, ਸਿੱਖ ਸੰਪਰਦਾ ਦਾ ਵੱਖਰਾ ਸਰੂਪ, ਲੋਕਤੰਤਰੀ ਤੱਤਾਂ ਦਾ ਪ੍ਰਚਲਨ, ਸਿੱਖਾਂ ਦੀ ਰਾਜਨੀਤਿਕ ਸ਼ਕਤੀ ਦਾ ਉਥਾਨ। ਅਗਲਾ ਤੁਹਾਡਾ ਪ੍ਰਸ਼ਨ ਹੈ ਬੱਚਿਓ ਗੁਰੂ ਗੋਬਿੰਦ ਸਿੰਘ ਜੀ ਦੀਆਂ ਪੂਰਵ ਖਾਲਸਾ ਕਾਲ ਦੀਆਂ ਲੜਾਈਆਂ ਦਾ ਵਰਣਨ ਕਰੋ। ਇਹਦੇ ਵਿੱਚ ਸੀ ਬੱਚਿਓ ਭੰਗਾਣੀ ਦੀ ਲੜਾਈ, ਨਦੌਣ ਦਾ ਯੁੱਧ, ਮੁਗਲਾਂ ਨਾਲ ਸੰਘਰਸ਼, ਹੁਸੈਨ ਖਾਂ ਦੀ ਮੁਹਿੰਮ ਤੇ ਸ਼ਹਿਜ਼ਾਦਾ ਮੁਅੱਜ਼ਮ ਦੀ ਜੰਗੀ ਕਾਰਵਾਈ। ਅਗਲਾ ਪ੍ਰਸ਼ਨ ਹੈ ਬੱਚਿਓ ਸਾਡਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਉੱਤਰ ਖਾਲਸਾ ਕਾਲ ਦੀਆਂ ਲੜਾਈਆਂ ਦਾ ਹਾਲ ਲਿਖੋ। ਅਨੰਦਪੁਰ ਸਾਹਿਬ ਦਾ ਪਹਿਲਾ ਯੁੱਧ, ਨਿਰਮੋਹ ਦਾ ਯੁੱਧ, ਸਤਲੁਜ ਦੀ ਲੜਾਈ, ਬਸੌਲੀ ਦਾ ਯੁੱਧ, ਅਨੰਦਪੁਰ ਸਾਹਿਬ ਦਾ ਦੂਜਾ ਯੁੱਧ, ਸ਼ਾਹੀ ਟਿੱਬੀ ਦਾ ਯੁੱਧ, ਸਰਸਾ ਦੀ ਲੜਾਈ, ਚਮਕੌਰ ਸਾਹਿਬ ਦਾ ਯੁੱਧ ਤੇ ਖਿਦਰਾਣਾ ਦਾ ਯੁੱਧ। ਮਨੁੱਖ ਦੇ ਰੂਪ ਵਿੱਚ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਕੀ ਜਾਣਦੇ ਹੋ, ਇਹ ਸਾਡਾ ਅਗਲਾ ਪ੍ਰਸ਼ਨ ਆ ਗਿਆ ਬੱਚਿਓ। ਪ੍ਰਭਾਵਸ਼ਾਲੀ ਅਤੇ ਸੁੰਦਰ ਰੰਗ ਰੂਪ, ਦਲੇਰ ਅਤੇ ਨਿਡਰ, ਬਲੀਦਾਨ ਦੀ ਮੂਰਤ, ਉੱਚਾ ਨੈਤਿਕ ਆਚਰਣ, ਉਦਾਰ ਅਤੇ ਸਹਿਨਸ਼ੀਲ। ਅੱਗੇ ਸਾਡਾ ਲਾਸਟ ਪ੍ਰਸ਼ਨ ਆ ਗਿਆ ਬੱਚਿਓ ਚਮਕੌਰ ਸਾਹਿਬ ਅਤੇ ਖਿਦਰਾਣੇ ਦੀ ਲੜਾਈ ਦਾ ਹਾਲ ਲਿਖੋ। ਇਹ ਤੁਸੀਂ ਆਪਣੀਆਂ ਕਾਪੀਆਂ ਦੇ ਉੱਤੇ ਨੋਟ ਕਰ ਲੈਣਾ ਬੱਚਿਓ। ਇਸ ਤੋਂ ਬਾਅਦ ਪਾਠ ਦੇ ਨਾਲ ਸੰਬੰਧਿਤ ਨਕਸ਼ਾ ਹੈਗਾ ਬੱਚਿਓ। ਪੁਰਾਣੇ ਪੰਜਾਬ ਦੇ ਨਕਸ਼ੇ ਵਿੱਚ ਬੱਚਿਓ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਜਿਹੜੀਆਂ ਉਹਦੇ ਸਥਾਨ ਨੇ ਜਿਹੜੇ ਉਹ ਦਰਸਾਉਣੇ ਆ। ਇਹਨੂੰ ਬੱਚਿਓ ਸੌਖਿਆਂ ਯਾਦ ਰੱਖਣ ਦਾ ਤਰੀਕਾ ਹੈਗਾ ਨਾ, ਇਹ ਤੁਹਾਨੂੰ ਇਹਨਾਂ ਸਥਾਨਾਂ ਦੇ ਨਾਂ ਵੀ ਯਾਦ ਹੋ ਜਾਣਗੇ। ਅਸੀਂ ਯਾਦ ਰੱਖਾਂਗੇ ਨਾ ਭੰਗ ਖਾਧੀ, ਨਾ ਚਮਚਮ ਸ਼ਾਹੀ, ਬੱਸ ਅੰਦਰ ਖੜੇ ਸਿਪਾਹੀ। ਨੰਨੇ ਤੋਂ ਅਸੀਂ ਨਦੌਣ ਯਾਦ ਰੱਖਾਂਗੇ, ਭੱਬੇ ਤੋਂ ਭੰਗ ਤੋਂ ਭੰਗਾਣੀ, ਖਾਦੀ ਤੋਂ ਖਿਦਰਾਣਾ, ਨਾ ਤੋਂ ਨਿਰਮੋਹ, ਚਮਚਮ ਤੋਂ ਚਮਕੌਰ ਸਾਹਿਬ, ਸ਼ਾਹੀ ਤੋਂ ਸ਼ਾਹੀ ਟਿੱਬੀ ਤੇ ਬੱਸ ਤੋਂ ਅਸੀਂ
ਬਸੌਲੀ ਤੇ ਅੰਦਰ ਖੜੇ ਸਿਪਾਹੀ ਤੋਂ ਅਸੀਂ ਯਾਦ ਰੱਖਾਂਗੇ ਅਨੰਦਪੁਰ ਸਾਹਿਬ। ਇਹਦੇ ਨਾਲ ਜਿਹੜਾ ਤੁਹਾਨੂੰ ਨਕਸ਼ੇ ਦੇ ਸਥਾਨ ਨੇ ਉਹ ਸੌਖੇ ਹੀ ਯਾਦ ਹੋ ਜਾਣਗੇ ਔਰ ਤੁਸੀਂ ਨਕਸ਼ੇ ਨੂੰ ਦੇਖ ਕੇ ਬੱਚਿਓ ਜਿਹੜਾ ਉਹ ਭਰ ਸਕਦੇ ਹੋਗੇ। ਇਸ ਤੋਂ ਬਾਅਦ ਨੇ ਬੱਚਿਓ ਜਿਹੜੇ ਉਹ ਵਸਤੂਨਿਸ਼ਟ ਪ੍ਰਸ਼ਨ ਨੇ ਜਿਹੜੇ ਤੁਹਾਨੂੰ ਇੱਕ ਇੱਕ ਨੰਬਰ ਦੇ ਜਿਹੜੇ ਆਪਣੇ ਪ੍ਰੀਖਿਆ ਦੇ ਵਿੱਚ ਆਉਂਦੇ ਹੁੰਦੇ ਨੇ। ਇਹਨਾਂ ਨੂੰ ਤੁਸੀਂ ਜਦੋਂ ਤੁਹਾਡੀਆਂ ਪ੍ਰੀਖਿਆਵਾਂ ਆਉਣਗੀਆਂ ਜਾਂ ਟੈਸਟ ਹੋਣਗੇ ਉਦੋਂ ਤੁਸੀਂ ਇਹਨਾਂ ਦੀ ਦੁਹਰਾਈ ਹੈ ਜਿਹੜੀ ਉਹ ਕਰ ਸਕਦੇ ਹੋ। ਇਹ ਆਨਸਰ ਦੇਣੇ ਆ, ਮੇਲ ਮਿਲਾਓ ਹੈ। ਇਸ ਤੋਂ ਬਾਅਦ ਖਾਲੀ ਥਾਵਾਂ ਨੇ, ਇਹਨਾਂ ਨੂੰ ਜਿਹੜਾ ਤੁਸੀਂ ਕਰ ਸਕਦੇ ਹੋ ਬੱਚਿਓ। ਇਸ ਦੇ ਨਾਲ ਹੀ ਜਿਹੜਾ ਸਾਡਾ ਪਾਠ ਹੈ ਬੱਚਿਓ ਸਮਾਪਤ ਹੁੰਦਾ ਹੈ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਲੇ ਪਾਠ ਲੈ ਕੇ ਜਲਦੀ ਹੀ ਮਿਲਦੇ ਹਾਂ।